ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। 27ਵਾਂ ਅਧਿਆਇ। ਸੀਤਾ ਦਾ ਦੋਵਾਂ ਪੁੱਤਰਾਂ ਸਹਿਤ ਅਵਧ ਪ੍ਰਵੇਸ਼। ਚੌਪਈ। ਤਿਹੂ ਮਾਤ ਕੰਠਨ ਸੋ ਲਾਏ, ਦੋ ਪੁੱਤਰ ਪਾਯਨ ਲਪਟਾਏ। ਬਹੁਰ ਆਨ ਸੀਤਾ ਪਗ ਪਰੀ, ਮਿਟ ਗਈ ਤਹੀਂ ਦੁਖਨ ਕੀ ਕਰੀ। ਤਿੰਨਾਂ ਮਾਵਾਂ ਨੇ ਉਹਨਾਂ ਸਭ ਨੂੰ ਗਲ ਨਾਲ ਲਾਇਆ, ਜਦ ਕਿ ਦੋਵੇਂ ਪੋਤਰੇ ਆ ਕੇ ਉਹਨਾਂ ਦੇ ਚਰਨਾਂ ਨਾਲ ਚੁੰਬੜ ਗਏ। ਫਿਰ ਸੀਤਾ ਆਣ ਕੇ ਸੱਸਾਂ ਦੇ ਚਰਨਾਂ 'ਤੇ ਡਿੱਗ ਪਈ। ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਦੁੱਖਾਂ ਦੀ ਘੜੀ ਮਿਟ ਗਈ ਸੀ। ਬਾਜ ਮੇਦ ਪੂਰਨ ਕੀਏ ਜੱਗਾ, ਕੌਸ਼ਲੇਸ਼ ਰਘੁਬੀਰ ਅਪੱਗਾ। ਗ੍ਰਹਿ ਸਪੂਤ ਦੋ ਪੂਤ ਸੁਹਾਏ, ਦੇਸ ਵਿਦੇਸ਼ ਜੀਤ ਗ੍ਰਹਿ ਆਏ। ਫਿਰ ਅਸ਼ਵਮੇਧ ਜਗ ਪੂਰਨ ਕੀਤਾ। ਕੌਸਲ ਦੇਸ਼ ਦੇ ਰਾਜੇ ਸ਼੍ਰੀ ਰਾਮ ਚੰਦਰ ਜੀ ਕਿਸੇ ਤੋਂ ਜਿੱਤੇ ਨਹੀਂ ਜਾ ਸਕਦੇ, ਕਿਉਂਕਿ ਉਹਨਾਂ ਦੇ ਘਰ ਦੋ ਸੁਪੁੱਤਰ ਪੁੱਤਰ ਸ਼ੋਭਾ ਪਾ ਰਹੇ ਸਨ, ਜੋ ਦੇਸ਼ਾਂ ਪ੍ਰਦੇਸ਼ਾਂ ਨੂੰ ਜਿੱਤ ਕੇ ਘਰ ਆਏ ਸਨ। ਜੇਤਕ ਕਹੇ ਸੋ ਜਗ ਬਿਦਾਨਾ, ਬਿਦ ਪੂਰਬ ਕੀਨੇ ਤੇ ਨਾਨਾ। ਏਕ ਕਾਟ ਸਤ ਕੀਨੇ ਜੱਗਾ, ਚਟਪਟ ਚੱਕਰ ਇੰਦਰ ਉੱਠ ਪੱਗਾ। ਏਕ ਜਗ ਦੇ ਜਿੰਨੇ ਵੀ ਕਰਮਕਾਂਡ ਸਨ, ਉਹਨਾਂ ਸਾਰਿਆਂ ਨੂੰ ਵਿਧੀ ਪੂਰਵਕ ਪੂਰਾ ਕੀਤਾ ਗਿਆ। ਇੱਕ ਸਥਾਨ 'ਤੇ ਹੀ ਲਗਾਤਾਰ 7 ਯੱਗ ਕੀਤੇ, ਜਿਨ੍ਹਾਂ ਨੂੰ ਵੇਖ ਕੇ ਇੰਦਰ ਹੈਰਾਨ ਹੋ ਕੇ ਭੱਜ ਉੱਠਿਆ। ਰਾਜ ਸੋਏ ਕੀਨੇ 10 12, ਬਾਜ ਮੇਦ 21 ਪ੍ਰਕਾਰਾ। ਗਵਾਲੰਭ ਅਜਮੇਦ ਅਨੇਕਾ, ਭੂਪ ਮੇਦ ਕਰ ਸਕੇ ਅਨੇਕਾ। 10 12 ਰਾਜ ਸੂਏ ਜਗ ਕੀਤੇ ਅਤੇ 21 ਤਰ੍ਹਾਂ ਦੇ ਅਸ਼ਵਮੇਧ ਯੱਗ ਕੀਤੇ। ਅਨੇਕਾਂ ਹੀ ਗੋਮੇਧ ਤੇ ਅਜਮੇਧ ਯੱਗ ਕੀਤੇ ਅਤੇ ਅਨੇਕਾਂ ਹੀ ਭੂਪਮੇਧ ਯੱਗ ਕੀਤੇ। ਨਾਗਮੇਧ ਖਟ ਜਗ ਕਰਾਏ, ਜੌਨ ਕਰੇ ਜਨਮੇ ਜੈ ਪਾਏ। ਔਰੇ ਗਨਤ ਕਹਾਂ ਜਗ ਜਾਊਂ, ਗ੍ਰੰਥ ਬਡਨ ਤੇ ਹੀਏ ਡਰਾਊਂ। 6 ਹਾਥੀ ਮੇਦ ਯੱਗ ਕਰਾਏ, ਜਿਨ੍ਹਾਂ ਦੇ ਕਾਰਨ ਨਾਲ ਜੀਵਨ ਵਿੱਚ ਵਿਜੇ ਪ੍ਰਾਪਤ ਹੁੰਦੀ ਹੈ। ਹੋਰ ਕਿੱਥੋਂ ਤੱਕ ਗਿਣਤੀ ਕਰਾਂ, ਗ੍ਰੰਥ ਦੇ ਵੱਧ ਜਾਣ ਤੋਂ ਡਰਦਾ ਹੈ। ਇਹ ਗੁਰੂ ਜੀ ਕਹਿੰਦੇ ਹਨ। 10 ਸਹੰਸਰ 10 ਬਰਖ ਪ੍ਰਮਾਣਾ, ਰਾਜ ਕਰਾ ਪੁਰ ਔਦ ਨਿਦਾਨਾ। ਤਬ ਲਉ ਕਾਲ ਦਸ਼ਾ ਨਿਅਰ ਆਏ, ਰਘੁਬਰ ਸਿਰ ਮ੍ਰਿਤ ਡੰਕ ਬਜਾਏ। 10,000 ਤੇ 10 ਵਰੇ ਤੱਕ ਅਯੋਧਿਆ ਸ਼ਹਿਰ ਦਾ ਸ਼੍ਰੀ ਰਾਮ ਜੀ ਨੇ ਰਾਜ ਕੀਤਾ। ਤਦ ਨੂੰ ਕਾਲ ਦੀ ਅਵਸਥਾ ਨੇੜੇ ਆ ਗਈ। ਸ਼੍ਰੀ ਰਾਮ ਜੀ ਦੇ ਸਿਰ ਉੱਤੇ ਮੌਤ ਨੇ ਤੌਂਸਾ ਵਜਾ ਦਿੱਤਾ।
नमस्कार तह विविध प्रकारा, जिन जग जीत करियो बस सारा। सबहन सीस डंक तह बाजा, जीत न सका रंक अर राजा। ਉਸ ਕਾਲ ਨੂੰ ਅਨੇਕ ਤਰ੍ਹਾਂ ਨਾਲ ਨਮਸਕਾਰ ਹੈ, ਜਿਸ ਨੇ ਜਗਤ ਨੂੰ ਜਿੱਤ ਕੇ ਆਪਣੇ ਵਸ ਕੀਤਾ ਹੋਇਆ ਹੈ। ਸਭਨਾਂ ਦੇ ਸਿਰ ਉੱਤੇ ਉਸ ਦਾ ਨਗਾਰਾ ਵੱਜਦਾ ਹੈ। ਰਾਜਾ ਅਤੇ ਕੰਗਾਲ ਉਸ ਨੂੰ ਕੋਈ ਵੀ ਜਿੱਤ ਨਹੀਂ ਸਕਿਆ। ਦੋਹਰਾ। ਜੇ ਤਿੰਨ ਕੀ ਸ਼ਰਨੀ ਪਰੇ, ਕਰ ਦੈ ਲਏ ਬਚਾਏ। ਜਿਹੜੇ ਉਸ ਕਾਲ ਦੀ ਸ਼ਰਨੀ ਪਏ ਹਨ, ਉਹਨਾਂ ਨੂੰ ਉਸ ਨੇ ਹੱਥ ਦੇ ਕੇ ਬਚਾ ਲਿਆ ਹੈ। ਜੋ ਨਹੀਂ ਕਉ ਬਾਚਿਆ, ਕਿਸ਼ਨ ਬਿਸ਼ਨ ਰਘੁਰਾਏ। ਹੋਰ ਕਿਸੇ ਤਰ੍ਹਾਂ ਵੀ ਕ੍ਰਿਸ਼ਨ, ਵਿਸ਼ਨੂੰ ਤੇ ਰਾਮਚੰਦਰ ਆਦਿਕ ਕੋਈ ਵੀ ਉਸ ਤੋਂ ਬਚਿਆ ਨਹੀਂ ਹੈ। ਚੌਪਈ ਛੰਦ। ਬਹੁਬਿਧ ਕਰੋ ਰਾਜ ਕੋ ਸਾਜਾ, ਦੇਸ ਦੇਸ ਕੇ ਜੀਤੇ ਰਾਜਾ। ਬਹੁਤ ਤਰ੍ਹਾਂ ਨਾਲ ਰਾਜ ਕਾਜ ਕੀਤੇ ਗਏ, ਦੇਸ਼ਾਂ ਦੇਸ਼ਾਂ ਦੇ ਰਾਜੇ ਜਿੱਤ ਲਏ। ਸ਼ਾਮ ਦਾਮ ਅਰ ਦੰਡ ਸਬੇਤਾ, ਜਹ ਬਿਦ ਹੁਤੀ ਸ਼ਾਸਨਾ ਬੇਦਾ। ਸਾਮ ਦਾਮ ਦੰਡ ਅਤੇ ਭੇਦ ਨੀਤੀ ਦੇ ਚਾਰੇ ਅੰਗ ਵਰਤੇ। ਜਿਸ ਤਰ੍ਹਾਂ ਵੇਦਾਂ ਵਿੱਚ ਵਿਧੀ ਲਿਖੀ ਹੋਈ ਹੈ, ਉਸੇ ਤਰ੍ਹਾਂ ਨਾਲ ਸਾਰੇ ਕਾਰਜ ਕੀਤੇ ਸਨ। ਬਰਨ ਬਰਨ ਆਪ ਬਰਨ ਬਰਨ ਆਪਣੀ ਕ੍ਰਿਤ ਲਾਏ, ਚਾਰ ਚਾਰ ਹੀ ਬਰਨ ਚਲਾਏ। ਛਤਰੀ ਕਰੇ ਵਿਪਰ ਕੀ ਸੇਵਾ, ਬੈਸ ਲਖੇ ਛਤਰੀ ਕਹਿ ਦੇਵਾ। ਆਪ ਆਪਣੇ ਕੰਮਾਂ ਵਿੱਚ ਚੌਹਾਂ ਵਰਨਾਂ ਨੂੰ ਲਾ ਰੱਖਿਆ ਸੀ। ਖੱਤਰੀ ਬ੍ਰਾਹਮਣਾਂ ਦੀ ਸੇਵਾ ਕਰਦੇ ਸਨ ਅਤੇ ਵੈਸ਼ ਛਤਰੀਆਂ ਨੂੰ ਆਪਣਾ ਦੇਵਤਾ ਜਾਣਦੇ ਸਨ। शूद्र सबन की सेव कमावे, जह कोई कहे तहीं वह तावे। ਸ਼ੂਦਰ ਸਾਰਿਆਂ ਦੀ ਸੇਵਾ ਕਰਦੇ ਸਨ। ਜਿੱਥੇ ਕੋਈ ਕਹਿੰਦਾ ਸੀ ਉੱਥੇ ਹੀ ਉਹ ਜਾਂਦੇ ਸਨ। ਜੈਸਕ ਹੁਤੀ ਬੇਦ ਸ਼ਾਸਨਾ, ਨਿਕਸਾ ਤੈਸ ਰਾਮ ਕੀ ਰਸਨਾ। ਜਿਸ ਤਰ੍ਹਾਂ ਵੇਦ ਦੀ ਆਗਿਆ ਹੈ, ਸ਼੍ਰੀ ਰਾਮ ਜੀ ਦੀ ਰਸਨਾ ਤੋਂ ਉਹੀ ਬਚਨ ਨਿਕਲਦਾ ਸੀ। ਰਾਵਣਾਦ ਰਣ ਹਾਂਕ ਸੰਘਾਰੇ, ਪਾਂਤ ਪਾਂਤ ਸੇਵਕ ਗਣ ਤਾਰੇ। ਲੰਕਾ ਦਈ ਟੰਕ ਜਨ ਦੀਨੋ, ਇਹ ਬਿਦ ਰਾਜ ਜਗਤ ਮੈਂ ਕੀਨੋ। ਰਾਵਣਾਦ ਰਣ ਹਾਂਕ ਸੰਘਾਰੇ। ਸ਼੍ਰੀ ਰਾਮ ਜੀ ਨੇ ਰਾਵਣ ਵਰਗੇ ਜ਼ਾਲਮਾਂ ਨੂੰ ਰਣ ਵਿੱਚ ਲਲਕਾਰ ਕੇ ਮਾਰਿਆ ਸੀ। ਪਾਂਤ ਪਾਂਤ ਸੇਵਕ ਗਣ ਤਾਰੇ। ਤਰ੍ਹਾਂ ਤਰ੍ਹਾਂ ਨਾਲ ਸਾਰੇ ਸੇਵਕਾਂ ਨੂੰ ਤਾਰਿਆ ਸੀ। ਲੰਕਾ ਦਈ ਟੰਕ ਜਨ ਦੀਨੋ। ਲੰਕਾ ਵਿਭੀਸ਼ਣ ਨੂੰ ਇਸ ਤਰ੍ਹਾਂ ਦੇ ਦਿੱਤੀ ਮਾਨੋ ਟਕਾ ਦਿੱਤਾ ਹੋਵੇ। ਇਹ ਬਿਦ ਰਾਜ ਜਗਤ ਮੈਂ ਕੀਨੋ। ਇਸ ਤਰ੍ਹਾਂ ਦਾ ਰਾਜ ਜਗਤ ਵਿੱਚ ਸ਼੍ਰੀ ਰਾਮ ਨੇ ਕੀਤਾ ਸੀ। ਦੋਹਰਾ ਛੰਦ। ਬਹੁ ਬਰਖਨ ਲਉ ਰਾਮ ਜੀ ਰਾਜ ਕਰਾ ਅਰ ਟਾਲ। ਬ੍ਰਹਮਰੰਤਰ ਕਹਿ ਫੋਰ ਕੈ ਪਇਓ
ਕੌਸ਼ਲਿਆ ਕਾਲ। ਸ਼੍ਰੀ ਰਾਮ ਜੀ ਨੇ ਬਹੁਤੇ ਵਰ੍ਹਿਆਂ ਤੱਕ ਰਾਜ ਕੀਤਾ ਅਤੇ ਦੁਸ਼ਮਣ ਨਾਸ ਕਰ ਦਿੱਤੇ। ਕੁਝ ਸਮੇਂ ਮਗਰੋਂ ਦਸਮ ਦੁਆਰ ਨੂੰ ਪਾੜ ਕੇ ਮਾਤਾ ਕੌਸ਼ਲਿਆ ਦੇ ਪ੍ਰਾਣ ਪਖੇਰੂ ਹੋ ਗਏ ਅਤੇ ਉਹਨਾਂ ਦਾ ਅੰਤ ਹੋ ਗਿਆ। ਚੌਪਈ। ਜੈਸ ਮ੍ਰਿਤਕ ਕੇ ਹੁਤੇ ਪ੍ਰਕਾਰਾ। ਜਿਸ ਤਰ੍ਹਾਂ ਨਾਲ ਮ੍ਰਿਤਕ ਦੇ ਸੰਸਕਾਰ ਹੁੰਦੇ ਹਨ, ਤੈਸੇ ਹੀ ਕਰੇ ਵੇਦ ਅਨੁਸਾਰਾ। ਵੇਦ ਦੇ ਮੁਤਾਬਕ ਉਸੇ ਤਰ੍ਹਾਂ ਹੀ ਸ਼੍ਰੀ ਰਾਮ ਜੀ ਨੇ ਕੀਤੇ। ਰਾਮ ਸਪੂਤ ਜਾਹੀ ਕਰ ਮਾਹੀ, ਤਾਕਹੂੰ ਟੋਟ ਕੋ ਕਹਿ ਨਾਹੀ। ਜਿਸ ਦੇ ਘਰ ਵਿੱਚ ਸ਼੍ਰੀ ਰਾਮ ਜੀ ਵਰਗੇ ਸੁਪੁੱਤਰ ਪੈਦਾ ਹੋਏ ਸਨ, ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ ਸੀ। ਬਹੁਬਿਧ ਗਤ ਕੀਨੀ ਪ੍ਰਭ ਮਾਤਾ, ਤਬ ਲਉ ਪਈ ਕੈਕਈ ਸ਼ਾਂਤਾ। ਆਪਣੇ ਮਾਤਾ ਕੌਸ਼ਲਿਆ ਦੀ ਬਹੁਤ ਪ੍ਰਕਾਰ ਗਤੀ ਕਰਕੇ ਹਟੇ ਹੀ ਸਨ ਕਿ ਮਾਤਾ ਕੈਕਈ ਦੀ ਮੌਤ ਹੋ ਗਈ। ਤਾਕੇ ਮਰਤ ਸੁਮਿਤਰਾ ਮਰੀ, ਦੇਖਹੁ ਕਾਲ ਕਿਆ ਕਸ ਕਰੀ। ਉਸ ਦੇ ਬਾਅਦ ਕਾਲ ਨੇ ਅਜਿਹਾ ਚੱਕਰ ਚਲਾਇਆ ਕਿ ਸੁਮਿਤਰਾ ਮਾਤਾ ਵੀ ਸਵਰਗਵਾਸ ਹੋ ਗਈ। एक दिवस जान की त्रय सिखा, पीत भये रावण कह लिखा। एक दिन सीता ने इस्त्रियां दे सिखे सिखाए कंध उत्ते रावण दी डरावनी मूर्ति नूं बना दिता। जब रघुबर तेह आन निहारा, कछुक कोप इम बचन उचारा। श्री राम चंद्र जी ने जदों उस नूं आण के वेख्या ਤਾਂ ਕੁਝ ਕੁ ਕ੍ਰੋਧ ਕਰਕੇ ਇਸ ਤਰ੍ਹਾਂ ਦੇ ਬਚਨ ਕਹੇ। ਰਾਮ ਬਾਚ ਮਨ ਮੈਂ, याको कछु रावण सौ हेता, ताते चित्र चित्र कै देखा। बचन सुनत सीता पई रोखा, प्रभ मोह अजहूँ लगावत दोखा। राम बाच मन में याको कछु रावण सौ हेता, ताते चित्र चित्र के देखा। ਮਨ ਵਿੱਚ ਸ਼੍ਰੀ ਰਾਮ ਚੰਦਰ ਕਹਿਣ ਲੱਗੇ ਕਿ ਇਸ ਦਾ ਰਾਵਣ ਨਾਲ ਕੁਝ ਪਿਆਰ ਹੈ, ਇਸ ਕਰਕੇ ਉਸ ਦੀ ਮੂਰਤ ਚਿੱਤਰ ਕੇ ਇਸ ਨੇ ਵੇਖੀ ਹੈ। ਬਚਨ ਸੁਨਤ ਸੀਤਾ ਪਈ ਰੋਖਾ, ਪ੍ਰਭ ਮੋਹ ਅਜਹੂੰ ਲਗਾਵਤ ਦੋਖਾ। ਇਸ ਬਚਨ ਨੂੰ ਸੁਣਦਿਆਂ ਸੀਤਾ ਗੁੱਸੇ ਹੋ ਗਈ ਅਤੇ ਕਹਿਣ ਲੱਗੀ ਕਿ ਸਵਾਮੀ ਜੀ ਅਜੇ ਤੱਕ ਮੈਨੂੰ ਕਲੰਕ ਲਗਾਉਂਦੇ ਹੋਂ। ਦੋਹਰਾ। ਜੋ ਮੇਰੇ ਬਚ ਕਰਮ ਕਰ, ਹਿਰਦੈ ਬਸਤ ਰਘੁਰਾਏ। ਪ੍ਰਿਥੀ ਪੈਂਡ ਮੋਹ ਦੀਜੀਏ, ਲੀਜੇ ਮੋਹ ਮਿਲਾਏ। ਸੀਤਾ ਜੀ ਨੇ ਕਿਹਾ, ਜੇ ਬਾਣੀ ਤੇ ਸਰੀਰ ਕਰਕੇ ਮੇਰੇ ਹਿਰਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਹੀ ਵਸਦੇ ਹਨ, ਤਾਂ ਹੇ ਧਰਤੀ ਮਾਤਾ, ਤੂੰ ਮੈਨੂੰ ਰਸਤਾ ਦੇ ਅਤੇ ਮੈਨੂੰ ਆਪਣੇ ਵਿੱਚ ਸਮੇਟ ਲੈ। ਚੌਪਈ। ਸੁਨਤ ਬਚਨ ਤਰਨੀ ਫਟ ਗਈ, ਲੋਪ ਸਿਆ ਤਹ ਭੀਤਰ ਪਈ। ਸੀਤਾ ਦੇ ਬਚਨ ਸੁਣਦਿਆਂ ਧਰਤੀ ਫਟ ਗਈ ਅਤੇ ਸੀਤਾ ਜੀ ਉਸ ਦੇ ਵਿੱਚ ਅਲੋਪ ਹੋ ਗਈ। ਚਕਰਤ ਰਹੇ ਨਿਰਖ ਰਘੁਰਾਏ, ਰਾਜ ਕਰਨ ਕੀ ਆਸ ਚੁਕਾਏ। ਇਹ ਕੌਤਕ ਵੇਖ ਕੇ ਸ਼੍ਰੀ ਰਾਮ ਚੰਦਰ ਜੀ ਹੈਰਾਨ ਹੋ ਗਏ ਅਤੇ ਰਾਜ ਕਰਨ ਦੀ ਆਸ ਛੱਡ ਦਿੱਤੀ। ਦੋਹਰਾ। ਇਹ ਜਗ ਤੁਵਰੋ ਤੌਲ ਹਰ
ਕਹੇ ਕੋ ਆਇਓ ਕਾਮ। ਇਹ ਜਗਤ ਧੂਏਂ ਦੇ ਮਹਿਲ ਸਮਾਨ ਹੈ, ਦੱਸੋ ਕਿਸ ਦੇ ਕੰਮ ਆਇਆ ਹੈ। ਰਘੁਬਰ ਬਿਨ ਸੀਏ ਨਾ ਜੀਏ, ਸੀਏ ਬਿਨ ਜੀਏ ਨਾ ਰਾਮ। ਸ਼੍ਰੀ ਰਾਮ ਜੀ ਤੋਂ ਬਿਨਾ ਸੀਤਾ ਨਹੀਂ ਸੀ, ਸ਼੍ਰੀ ਰਾਮ ਤੋਂ ਬਿਨਾ ਸੀਤਾ ਨਹੀਂ ਸੀ ਜੀ ਸਕਦੀ। ਉਸ ਤਰ੍ਹਾਂ ਸੀਤਾ ਤੋਂ ਬਿਨਾ ਸ਼੍ਰੀ ਰਾਮ ਜੀ ਨੂੰ ਜਿਉਣਾ ਅਸੰਭਵ ਹੋ ਗਿਆ। ਰਘੁਬਰ ਬਿਨ ਸੀਏ ਨਾ ਜੀਏ, ਸੀਏ ਬਿਨ ਜੀਏ ਨਾ ਰਾਮ। ਚੌਪਈ। ਦੁਆਰੇ ਕਹਿਓ ਬੈਠ ਲਛਮਨਾ, ਪੈਠ ਨਾ ਕੋ ਪਾਵੇ ਜਨਾ। ਇੱਕ ਦਿਨ ਸ਼੍ਰੀ ਰਾਮ ਨੇ ਲਕਸ਼ਮਣ ਨੂੰ ਦਰਵਾਜ਼ੇ ਦੀ ਰਖਵਾਲੀ ਲਈ ਬਿਠਾ ਕੇ ਇਹ ਹੁਕਮ ਦਿੱਤਾ ਕਿ ਕਿਸੇ ਨੂੰ ਅੰਦਰ ਨਾ ਆਉਣ ਦੇਵੋ। ਅੰਤਹਿ ਪੁਰਹਿ ਆਪ ਭਗਤਾਰਾ, ਦੇਹ ਛੋਰ ਮ੍ਰਿਤ ਲੋਕ ਸਿਧਾਰਾ। ਰਾਜ ਭਵਨ ਦੇ ਅੰਦਰ ਜਾ ਕੇ ਦੇਹ ਨੂੰ ਤਿਆਗ ਕੇ ਬੈਕੁੰਠ ਧਾਮ ਨੂੰ ਚਲੇ ਗਏ। ਦੋਹਰਾ। ਇੰਦਰਮਤੀ ਹਿਤ ਅਜ, ਨਿਰਪਤ ਜਿਮ ਗ੍ਰਹਿ ਤਜ ਲਿਯ ਜੋਗ। ਤਿਮ ਰਘੁਬਰ ਤਨ ਕੋ ਤਜਾ, ਸ਼੍ਰੀ ਜਾਨਕੀ ਬਿਯੋਗ। ਜਿਸ ਤਰ੍ਹਾਂ ਰਾਜਾ ਅਜ ਨੇ ਇੰਦਰਮਤੀ ਦੇ ਵਾਸਤੇ ਘਰ ਨੂੰ ਛੱਡ ਕੇ ਜੋਗ ਨੂੰ ਧਾਰ ਲਿਆ ਸੀ, ਉਸ ਤਰ੍ਹਾਂ ਹੀ ਸ਼੍ਰੀ ਰਾਮ ਚੰਦਰ ਜੀ ਨੇ ਸ਼੍ਰੀ ਸੀਤਾ ਜੀ ਦੇ ਵਿਛੋੜੇ ਕਰਕੇ ਸਰੀਰ ਨੂੰ ਤਿਆਗ ਦਿੱਤਾ ਸੀ। ਇਤੇ ਸ਼੍ਰੀ ਬਚਿੱਤਰ ਨਾਟਕ ਰਾਮ ਅਵਤਾਰੇ ਸੀਤਾ ਕੇ ਹੇਤ, ਮ੍ਰਿਤ ਲੋਕ ਸੇ ਗਏ ਧਿਆਏ ਸਮਾਪਤਨ। ਇਸ ਤੋਂ ਅੱਗੇ ਸ਼੍ਰੀ ਪੰਡਿਤ ਨਾਰਾਇਣ ਸਿੰਘ ਜੀ ਦਾ ਭਾਵਾਰਥ ਸ਼੍ਰਵਣ ਕਰੋ। ਸ਼੍ਰੀ ਰਾਮ ਚੰਦਰ ਜੀ ਦਾ ਦਾਦਾ ਮਹਾਰਾਜਾ ਦਸਰਥ ਜੀ ਦਾ ਪਿਤਾ ਰਾਜਾ ਅਜ ਸੂਰਜਵੰਸ਼ੀ ਪ੍ਰਤਾਪੀ ਰਾਜਾ ਹੋਇਆ ਹੈ। ਉਸ ਦੀ ਰਾਣੀ ਦਾ ਨਾਮ ਇੰਦਰਮਤੀ ਸੀ। ਇੱਕ ਦਿਨ ਮਹਾਰਾਜਾ ਅਜ ਸ਼ਿਕਾਰ ਖੇਡਣ ਗਿਆ ਤਾਂ ਮਨ ਵਿੱਚ ਫੁਰਨਾ ਹੋਇਆ ਕਿ ਰਾਣੀ ਦੀ ਪ੍ਰੀਖਿਆ ਕਰਨੀ ਚਾਹੀਦੀ ਹੈ। ਇਸ ਖਿਆਲ ਨਾਲ ਆਪਣੇ ਦੁਪੱਟੇ ਨੂੰ ਸ਼ਿਕਾਰ ਦੇ ਲਹੂ ਨਾਲ ਲਪੇੜ ਕੇ ਨੌਕਰ ਦੇ ਹੱਥ ਰਾਣੀ ਕੋਲ ਘਰ ਭੇਜ ਦਿੱਤਾ। ਨੌਕਰ ਨੇ ਜਾ ਕੇ ਰਾਣੀ ਨੂੰ ਕਿਹਾ ਕਿ ਮਹਾਰਾਜਾ ਸਾਹਿਬ ਨੂੰ ਸ਼ੇਰ ਨੇ ਮਾਰ ਦਿੱਤਾ ਹੈ, ਇਹ ਸੁਣਦਿਆਂ ਹੀ ਰਾਣੀ ਨੇ ਉਸੇ ਵੇਲੇ ਠੰਡੀ ਆਹ ਭਰੀ ਅਤੇ ਪ੍ਰਾਣ ਦੇ ਦਿੱਤੇ। ਜਦ ਇਸ ਗੱਲ ਦਾ ਪਤਾ ਰਾਜੇ ਅਜ ਨੂੰ ਹੋਇਆ ਤਾਂ ਬਹੁਤ ਪਛਤਾਇਆ ਅਤੇ ਰਾਣੀ ਦੇ ਵਿਯੋਗ ਵਿੱਚ ਰਾਜ ਨੂੰ ਛੱਡ ਕੇ ਜੋਗ ਧਾਰਨ ਕਰ ਲਿਆ। ਜਦੋਂ ਮੰਗਣ ਜਾਂਦਾ ਉਦੋਂ ਹੀ ਰਾਣੀ ਦੇ ਗੁਣਾਂ ਨੂੰ ਗਾਉਂਦਾ, ਆਪਣੀ ਭੁੱਲ ਨੂੰ ਯਾਦ ਕਰਕੇ ਪਛਤਾਉਂਦਾ ਤੇ ਰੋਇਆ ਕਰਦਾ। ਇਸ ਗੱਲ ਨੂੰ ਜ਼ਾਹਰ ਕਰਨ ਲਈ ਸ਼੍ਰੀ ਗੁਰੂ ਜੀ ਨੇ ਰਾਮਕਲੀ ਦੀ ਵਾਰ ਵਿੱਚ ਲਿਖਿਆ ਹੈ, ਅਜੇ ਸੂ ਰੋਵੇ ਭਿਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ। ਜਿਵੇਂ ਅੱਜ ਰਾਜੇ ਨੇ ਇਸਤਰੀ ਦੇ ਵਿਯੋਗ ਵਿੱਚ ਗ੍ਰਹਿਸਤ ਦਾ ਤਿਆਗ ਕੀਤਾ ਸੀ, ਤਿਵੇਂ ਹੀ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਜੀ ਦੇ ਵਿਯੋਗ ਵਿੱਚ ਸਰੀਰ ਦਾ ਤਿਆਗ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।